ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਬੋਲੇ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਹਾਥੀ ਸਿਰਜੋਂ ਅੰਕੁਸ਼ ਹੈ ਪੈਰਣ ਜਿਉ ਸਿਰ ਦੇ। ਮਨ ਤਨ ਆਗੇ ਰੱਖ ਕੇ ਵੀ ਸੇਵ ਕਰੇ। ਹਸਤੀ ਸਿਰਜੋਂ ਅੰਕੁਸ਼ ਹੈ ਪੈਰਣ ਜਿਉ ਸਿਰ ਦੇ। ਮਨ ਤਨ ਆਗੇ ਰੱਖ ਕੇ ਵੀ ਸੇਵ ਕਰੇ। ਕਿਉ ਗੁਰਮੁਖ ਆਪਣੀ ਮਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੁੱਝੀਏ ਜਾਂ ਆਪੇ ਨਦਰ ਕਰੇ। ਗੁਰਮੁਖ ਆਪਣੀ ਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੁੱਝੀਏ ਜਾਂ ਆਪੇ ਨਦਰ ਕਰੇ। ਜਾਂ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨ ਧੰਨ ਤੀਜੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਸ਼ਲੋਕ ਸ਼ਬਦ ਦੁਆਰਾ 647 648 ਅੰਕ ਤੇ ਸਤਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ ਸਤਿਗੁਰੂ ਜੀ ਸਮਝਾ ਰਹੇ ਨੇ ਉਦਾਹਰਣ ਦੇ ਕੇ ਕਿ ਕਿਸ ਤਰ੍ਹਾਂ ਜੀਵ ਨੇ ਸੰਸਾਰ ਵਿੱਚ ਪ੍ਰਭੂ ਦੇ ਚਰਨਾਂ ਨਾਲ ਜੁੜਨਾ ਹੈ। ਸਤਿਗੁਰੂ ਜੀ ਸਮਝਾ ਰਹੇ ਨੇ ਹਸਤੀ ਸਿਰ ਜੋ ਅੰਕੁਸ਼ ਹੈ ਐਰਣ ਜੋ ਸਿਰ ਦੇ। ਹਾਥੀ ਦੇ ਸਿਰ ਤਰ੍ਹਾਂ ਜਿਸ ਤਰ੍ਹਾਂ ਉਸ ਦਾ ਮਹਾਵਤ ਜੋ ਹੈ ਇੱਕ ਲੋਹੇ ਦੀ ਛੜ, ਉਸਨੂੰ ਕੁੰਡਾ ਕਹਿੰਦੇ ਨੇ, ਉਹਦੇ ਨਾਲ ਚੋਟ ਮਾਰਦਾ ਹੈ ਹਾਥੀ ਦੇ ਸਿਰ 'ਤੇ ਅਤੇ ਹਾਥੀ ਉਸ ਪਾਸੇ ਚੱਲਦਾ ਹੈ ਜਿਸ ਪਾਸੇ ਮਹਾਵਤ ਉਸਨੂੰ ਲੈ ਕੇ ਜਾਂਦਾ ਹੈ। ਕਹਿੰਦੇ ਨੇ ਹਾਥੀ ਇੱਕ ਜਾਨਵਰ ਹੈ। ਉਸ ਪਸ਼ੂ ਨੂੰ ਇਤਨੀ ਸਮਝ ਹੈ ਕਿ ਮੇਰਾ ਮਾਲਕ ਮੈਨੂੰ ਚੋਟ ਮਾਰ ਰਿਹਾ ਹੈ ਅਤੇ ਮੈਂ ਜਿਸ ਪਾਸੇ ਮਾਲਕ ਮੈਨੂੰ ਲਿਜਾਉਣਾ ਚਾਹੁੰਦਾ ਹੈ ਉਹ ਹਾਥੀ ਉਸੇ ਪਾਸੇ ਚੱਲਦਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਜਿਸ ਤਰ੍ਹਾਂ ਲੋਹਾਰ ਦੇ ਕੋਲ ਐਰਣ ਹੁੰਦੀ ਹੈ ਲੋਹੇ ਦੀ, ਜਿਹਦੇ 'ਤੇ ਉਹ ਬਹੁਤ ਸਾਰੀਆਂ ਵਸਤੂਆਂ ਬਣਾਉਂਦਾ ਹੈ ਲੋਹੇ ਦੀਆਂ। ਅਤੇ ਕਹਿੰਦੇ ਨੇ ਜੋ ਐਰਣ ਹੈ ਉਹ ਵੀ ਆਪਣੇ ਮਾਲਕ ਦੇ ਅੱਗੇ ਆਪਣਾ ਸਿਰ ਕਰ ਦਿੰਦੀ ਹੈ, ਚੋਟਾਂ ਮਾਰਦਾ ਹੈ, ਵਸਤੂਆਂ ਬਣਾਉਂਦਾ ਹੈ। ਉਹ ਚੋਟਾਂ ਸਹਿ ਕੇ ਵੀ ਆਪਣੇ ਮਾਲਕ ਦੀ ਰਜਾ ਵਿੱਚ ਰਹਿੰਦੀ ਹੈ। ਹਾਥੀ ਵੀ ਅੰਕੁਸ਼ ਦੀਆਂ ਚੋਟਾਂ ਸਹਿ ਕੇ ਮਾਲਕ ਦੇ ਸਾਰੇ ਹੁਕਮ ਨੂੰ ਮੰਨਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਹੇ ਜੀਵ, ਮਨੁੱਖ ਐਸਾ ਪ੍ਰਾਣੀ ਜੀਵ ਹੈ ਜੋ ਆਪਣੇ ਮਾਲਕ ਦੇ ਅੱਗੇ ਸਿਰ ਨਹੀਂ ਝੁਕਾਉਂਦਾ, ਆਪਣੇ ਪ੍ਰਭੂ ਦੇ ਚਰਨਾਂ ਵਿੱਚ ਨਮਸਕਾਰ ਨਹੀਂ ਕਰਦਾ ਮਨ ਕਰਕੇ। ਕਹਿੰਦੇ ਨੇ ਕੈਸੇ ਪਸ਼ੂ ਜਾਨਵਰ ਨੇ ਜੋ ਆਪਣੇ ਮਾਲਕ ਦੇ ਹੁਕਮ ਨੂੰ ਮੰਨਣ ਵਾਸਤੇ ਸਿਰ 'ਤੇ ਚੋਟਾਂ ਸਹਿ ਲੈਂਦੇ ਨੇ,
ਪਰ ਸੀ ਨਹੀਂ ਉਚਾਰਦੇ। ਅਸੀਂ ਸੰਸਾਰ ਦੇ ਜੀਵ ਜਦੋਂ ਸਾਨੂੰ ਕੋਈ ਦੁੱਖ ਦੀ ਚੋਟ ਲੱਗਦੀ ਹੈ ਅਤੇ ਅਸੀਂ ਗੁਰੂ ਕੋਲ ਆਉਂਦੇ ਹਾਂ। ਜਦੋਂ ਦੁੱਖ ਦੂਰ ਹੋ ਜਾਂਦਾ ਹੈ ਫਿਰ ਗੁਰੂ ਨੂੰ ਭੁੱਲ ਜਾਂਦੇ ਹਾਂ। ਮਨ ਤਨ ਅੱਗੇ ਰੱਖ ਕੇ ਉਹ ਵੀ ਸੇਵ ਕਰੇ। ਜਿਸ ਤਰ੍ਹਾਂ ਹਾਥੀ 'ਤੇ ਜੋ ਐਰਨ ਹੈ ਆਪਣਾ ਮਨ ਤਨ ਆਪਣੇ ਮਾਲਕ ਦੇ ਅੱਗੇ ਅਰਪਣ ਕਰਕੇ ਉਹਨਾਂ ਦੀ ਸੇਵਾ ਕਰਦੇ ਨੇ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਹੇ ਜੀਵ, ਇਸੇ ਤਰ੍ਹਾਂ ਹੈ ਪ੍ਰਾਣੀ, ਤੂੰ ਵੀ ਆਪਣੇ ਪਰਮਾਤਮਾ ਦੇ ਅੱਗੇ ਆਪਣੇ ਸੀਸ ਨੂੰ ਆਪਣੇ ਮਾਲਕ ਦੇ ਅੱਗੇ ਅਰਪਣ ਕਰਨਾ ਹੈ, ਭੇਟ ਕਰਨਾ ਕਿ ਹੇ ਪ੍ਰਭੂ, ਇਹ ਸੀਸ ਤੇਰੇ ਚਰਨਾਂ ਵਿੱਚ ਝੁਕ ਜਾਏ, ਝੁਕਿਆ ਰਹੇ। ਸਤਿਗੁਰੂ ਤੇਰੀ ਕਿਰਪਾ ਬਣੀ ਰਹੇਗੀ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਿਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਜੇਕਰ ਮਨੁੱਖ ਨੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਾ ਦੇ ਪਰਮਾਤਮਾ, ਅਤੇ ਫਿਰ ਸਤਿਗੁਰੂ ਕਹਿੰਦੇ ਨੇ ਆਪਣੇ ਹੰਕਾਰ ਨੂੰ ਦੂਰ ਕਿਸ ਤਰ੍ਹਾਂ ਕਰਨਾ ਹੈ ਕਿ ਹੇ ਪਰਮਾਤਮਾ, ਇਹ ਤੇਰੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਜਿਸ ਦਿਨ ਮਨੁੱਖ ਗੁਰੂ ਨੂੰ ਛੱਡ ਦੇਗਾ ਫਿਰ ਜੀਵ ਦੇ ਹਿਰਦੇ 'ਚ ਹੰਕਾਰ ਆ ਜਾਏਗਾ। ਸਤਿਗੁਰੂ ਕਹਿੰਦੇ ਨੇ, ਹੇ ਜੀਵ ਪ੍ਰਾਣੀ, ਤੂੰ ਕਿਤਨਾ ਵੱਡਾ ਹੀ ਸੰਸਾਰ 'ਤੇ ਜੀਵ ਬਣ ਜਾਏ, ਮਾਇਆ ਪਦਾਰਥਾਂ ਦਾ ਮਾਲਕ ਬਣ ਜਾਏ, ਤੈਨੂੰ ਰਾਜ ਮਿਲ ਜਾਏ, ਬਹੁਤ ਸਾਰੇ ਸੰਸਾਰ ਦੇ ਤੈਨੂੰ ਸੁੱਖ ਮਿਲ ਜਾਣ, ਪਰ ਤੂੰ ਆਪਣੇ ਹਿਰਦੇ 'ਚੋਂ ਅਹੰਕਾਰ ਕਿਸ ਤਰ੍ਹਾਂ ਦੂਰ ਕਰਨਾ ਕਿ ਹੇ ਪਰਮਾਤਮਾ, ਇਹ ਤੇਰੇ ਕਰਕੇ ਗੁਰੂ ਤੇਰੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਜਿਸ ਤਰ੍ਹਾਂ ਹਾਥੀ ਅਤੇ ਐਰਨ ਆਪਣੇ ਮਾਲਕ ਦਾ ਹਮੇਸ਼ਾ ਹੁਕਮ ਮੰਨਦੇ ਨੇ, ਚੋਟਾਂ ਸਹਿ ਕੇ ਵੀ ਉਹ ਕਦੇ ਇਹ ਨਹੀਂ ਕਹਿੰਦੇ ਕਿ ਮਾਲਕ ਤੇਰਾ ਬੁਰਾ ਹੋ ਜਾਏ। ਅਸੀਂ ਸੰਸਾਰ ਦੇ ਜੀਵ ਨਾ ਸ਼ੁਕਰੇ ਜੀਵ ਕੀ ਕਰਦੇ ਹਾਂ ਕਿ ਜਦੋਂ ਸਤਿਗੁਰੂ ਸਾਡੇ ਅਨੁਸਾਰ ਸਾਡੀ ਅਰਦਾਸ ਪ੍ਰਵਾਨ ਨਹੀਂ ਹੁੰਦੀ ਅਤੇ ਫਿਰ ਅਸੀਂ ਪਰਮਾਤਮਾ ਨੂੰ ਭਲਾ ਬੁਰਾ ਵੀ ਕਹਿ ਜਾਂਦੇ ਹਾਂ। ਸਤਿਗੁਰੂ ਕਹਿੰਦੇ ਨੇ, ਇਸ ਤਰ੍ਹਾਂ ਸਾਡਾ ਜਨਮ ਸਫਲ ਨਹੀਂ ਹੋਏਗਾ। ਨਾਨਕ ਗੁਰਮੁਖ ਬੂਝੀਏ ਜਾਂ ਆਪੇ ਨਜ਼ਰ ਕਰੇ। ਪਰਮਾਤਮਾ ਦੇ ਹੁਕਮ ਨੂੰ ਕੌਣ ਬੁੱਝੇਗਾ? ਇਸ 'ਤੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ। ਅਸੀਂ ਤਾਂ ਕੇਵਲ ਸੰਸਾਰ ਦੇ ਅਹੰਕਾਰ ਵਿੱਚ ਭਰੇ ਹੋਏ ਹਾਂ ਕਿ ਬਹੁਤ ਸਾਰੇ ਮਾਇਆ ਪਦਾਰਥਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਸਾਡੇ ਹਿਰਦੇ ਵਿੱਚ ਬਹੁਤ ਵੱਡਾ ਹੰਕਾਰ ਅਤੇ ਮਾਇਆ ਨੇ ਆਪਣਾ ਇਸ ਤਰ੍ਹਾਂ ਦਾ ਪਸਾਰਾ ਕੀਤਾ ਹੋਇਆ ਹੈ ਕਿ ਅਸੀਂ ਪਰਮਾਤਮਾ ਦੇ ਕੋਲੋਂ ਹਮੇਸ਼ਾ ਗੁਰੂ ਦੇ ਚਰਨਾਂ ਤੋਂ ਹਮੇਸ਼ਾ ਦੂਰ ਰਹਿੰਦੇ ਹਾਂ। ਯਤਨ ਕਰਨਾ ਹੈ ਕਿ ਸਾਨੂੰ ਗੁਰੂ ਦੀ ਸ਼ਰਨ ਪ੍ਰਾਪਤ ਹੋਏ ਅਤੇ ਫਿਰ ਅਸੀਂ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ। ਸਤਿਗੁਰੂ ਸਾਨੂੰ ਦੁੱਖ ਦੇ ਸੁੱਖ ਦੇ ਸੰਸਾਰ 'ਤੇ ਅਸੀਂ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਹੇ ਪਰਮਾਤਮਾ, ਇਹ ਦੁੱਖ ਸਾਡੇ ਕਰਮਾਂ ਦਾ ਫਲ ਹੈ, ਸੁੱਖ ਤੇਰੀ ਕਿਰਪਾ ਦੇ ਕਾਰਨ ਪ੍ਰਾਪਤ ਹੋਇਆ ਹੈ। ਹਮੇਸ਼ਾ ਪਰਮਾਤਮਾ ਨੂੰ ਹੀ ਆਪਾਂ ਨੇ ਸ਼੍ਰੇ ਦੇਣਾ ਹੈ ਕਿ ਹੇ ਪ੍ਰਭੂ, ਤੇਰੇ ਕਰਕੇ ਸਭ ਕੁਝ ਮਿਲਿਆ ਹੈ। ਇਹ ਨਹੀਂ ਕਹਿਣਾ ਕਿ ਹੇ ਪਰਮਾਤਮਾ, ਦੁੱਖ ਆਇਆ ਅਤੇ ਤੂੰ ਦਿੱਤਾ ਹੈ, ਅਤੇ ਜੇ ਸਾਡੇ ਕੋਲ ਮਾਇਆ ਪਦਾਰਥ ਆਏ ਨੇ ਅਤੇ ਅਸੀਂ ਕਮਾਏ ਨੇ, ਇਹ ਹੰਕਾਰ ਹੈ। ਹਮੇਸ਼ਾ ਜੋ ਨਮਰਤਾ ਵਿੱਚ ਰਹਿੰਦਾ ਹੈ ਉਸ 'ਤੇ ਸਤਿਗੁਰੂ ਕਿਰਪਾ ਕਰਦੇ ਨੇ। ਕਹਿੰਦੇ ਇੱਕ ਰਾਜਾ ਹੋਇਆ ਹੈ ਜਿਸ ਦਾ ਨਾਮ ਬਲ ਹੈ, ਰਾਜਾ ਬਲ। ਉਹ ਹਮੇਸ਼ਾ ਦਾਨ ਕਰਿਆ ਕਰਦਾ ਸੀ। ਉਹਦਾ ਕੰਮ ਸੀ ਕਿ ਜੋ ਵੀ ਉਹਦੇ ਕੋਲ ਆਉਂਦੇ ਸਨ ਉਹ ਹਮੇਸ਼ਾ ਪੁੰਨ ਦਾਨ ਕਰਦਾ ਸੀ। ਕਹਿੰਦੇ ਪੁੰਨ ਦਾਨ ਕਰਦੇ ਕਰਦੇ ਬੜਾ ਸਮਾਂ ਹੋ ਗਿਆ ਅਤੇ ਮਨੁੱਖ ਕੀ ਕਰਦਾ ਹੈ, ਜਦੋਂ ਮਨੁੱਖ ਸੇਵਾ ਸਿਮਰਨ ਜਾਂ ਪੁੰਨ ਦਾਨ ਕਰਦਾ ਹੈ ਫਿਰ ਜੀਵ ਦੇ ਹਿਰਦੇ ਵਿੱਚ ਅਹੰਕਾਰ ਪੈਦਾ ਹੋ ਜਾਂਦਾ ਹੈ ਕਿ ਮੈਂ ਇਤਨੇ ਜੀਵਾਂ ਨੂੰ ਦਾਨ ਕਰਦਾ ਹਾਂ, ਇਤਨੇ ਜੀਵਾਂ 'ਤੇ ਮੈਂ ਕਿਰਪਾ ਕਰਦਾ ਹਾਂ, ਮੇਰੇ ਕਰਕੇ ਉਹਨਾਂ ਦੇ ਘਰ ਦੇ ਕਾਰਜ ਚੱਲ ਰਹੇ ਨੇ। ਉਸ ਰਾਜੇ ਨੂੰ ਹੰਕਾਰ ਹੋਇਆ ਕਿ ਜੋ ਸਾਰੀ ਮੇਰੀ ਪ੍ਰਜਾ ਹੈ ਉਹ ਮੇਰੇ ਕਰਕੇ ਚੱਲ ਰਹੀ ਹੈ ਅਤੇ ਮੈਂ ਸਾਰੇ ਹੀ ਆਪਣੀ ਪ੍ਰਜਾ ਨੂੰ ਦਾਨ ਕਰਦਾ ਹਾਂ, ਅਤੇ ਮੈਂ ਦਾਨ ਨਾ ਦਿਆਂ ਅਤੇ ਸਾਡੀ ਜੋ ਪ੍ਰਜਾ ਹੈ ਇਹ ਰਾਜ ਨਹੀਂ ਚੱਲ ਪਾਏਗਾ। ਅਤੇ ਸਤਿਗੁਰੂ ਨੇ ਸਮਝਾਇਆ ਸਾਨੂੰ ਕਿ ਹੇ ਜੀਵ, ਸੰਸਾਰ 'ਤੇ ਸਾਡਾ ਕੁਛ ਨਹੀਂ, ਜੋ ਕੁਛ ਅਸੀਂ ਮਿਲਿਆ ਹੈ ਸਾਨੂੰ ਉਹ ਪ੍ਰਭੂ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਕਹਿੰਦੇ ਭਗਵਾਨ ਨੂੰ, ਪ੍ਰਭੂ ਨੂੰ ਇੱਕ ਦਿਨ ਇਹ ਚਿੰਤਾ ਹੋਈ ਕਿ ਚਲੋ
ਇਸ ਰਾਜੇ ਦੇ ਹੰਕਾਰ ਨੂੰ ਦੂਰ ਕਰੀਏ। ਸਤਿਗੁਰੂ ਜੀ ਨੇ, ਪਰਮਾਤਮਾ ਨੇ ਇੱਕ 52 ਰੂਪ ਬਣਾਇਆ ਹੈ। ਬ੍ਰਾਹਮਣ ਦਾ ਰੂਪ ਬਣਾ ਕੇ ਧਰਤੀ 'ਤੇ ਆਏ ਨੇ। ਕਹਿੰਦੇ ਰਾਜੇ ਦੇ ਕੋਲ ਗਏ ਨੇ। ਰਾਜੇ ਨੇ ਉਸ ਭਗਵਾਨ ਰੂਪੀ ਬ੍ਰਾਹਮਣ ਦਾ ਸਨਮਾਨ ਕੀਤਾ ਹੈ। ਬੜੇ ਵੇਦ ਸ਼ਾਸਤਰ ਬੜੇ ਸੁਰੀਲੇ ਕੰਠ ਦੇ ਨਾਲ ਗਾ ਕੇ ਸੁਣਾਏ ਨੇ। ਰਾਜਾ ਬੜਾ ਪ੍ਰਸੰਨ ਹੋਇਆ ਹੈ ਕਿ ਇਤਨੀ ਸੁੰਦਰ ਆਵਾਜ਼ ਵਿੱਚ, ਇਤਨੀ ਮਧੁਰ ਆਵਾਜ਼ ਕਿਸੇ ਕੋਲੋਂ ਮੈਂ ਇਹ ਵੇਦ ਸਿਮਰਤ ਸ਼ਾਸਤਰ ਨਹੀਂ ਸੁਣੇ। ਬੜਾ ਪ੍ਰਸੰਨ ਹੋਇਆ ਕਿ ਤੁਹਾਡੇ ਉੱਤੇ ਬਲ ਰਾਜਾ ਪ੍ਰਸੰਨ ਹੋ ਗਿਆ ਹੈ। ਤੁਸੀਂ ਦੱਸੋ ਕੀ ਤੁਹਾਨੂੰ ਚਾਹੀਦਾ, ਤੁਸੀਂ ਮੰਗੋ, ਮੈਂ ਤੁਹਾਨੂੰ ਦੇਣ ਨੂੰ ਤਿਆਰ ਹਾਂ। ਜੋ ਤੁਸੀਂ ਮੁੱਖ ਵਿੱਚੋਂ ਮੰਗੋਗੇ ਮੈਂ ਦਿਆਂਗਾ। ਮੈਂ ਰਾਜਾ ਹਾਂ, ਮੇਰਾ ਦਾਨ ਬਹੁਤ ਸਾਰੇ ਜੀਵਾਂ ਨੂੰ ਮਿਲਦਾ ਹੈ। ਅੱਜ ਤੁਸੀਂ ਬ੍ਰਾਹਮਣ ਜੀ ਮੰਗੋ ਜੋ ਮਨ ਵਿੱਚ ਹੈ, ਉਹ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦੇਣ ਦੀ। ਕਹਿੰਦੇ ਨੇ ਜਦੋਂ ਉਸ ਭਗਵਾਨ ਰੂਪੀ ਬ੍ਰਾਹਮਣ ਨੇ ਕਿਹਾ ਭਾਈ ਅਸੀਂ ਮੰਗਾਂਗੇ ਤੂੰ ਦੇ ਨਹੀਂ ਪਾਏਗਾ। ਕਹਿਣ ਲੱਗਿਆ ਨਹੀਂ, ਤੁਸੀਂ ਮੰਗ ਕੇ ਤੇ ਦੇਖੋ। ਇਹ ਰਾਜੇ ਦਾ ਘਰ ਹੈ, ਇਹਦੇ 'ਚ ਕੋਈ ਕਮੀ ਨਹੀਂ। ਜੋ ਤੁਸੀਂ ਮੁੱਖੋਂ ਉਚਾਰਨ ਕਰੋਗੇ ਤੁਹਾਨੂੰ ਮਿਲ ਜਾਏਗਾ। ਤੁਸੀਂ ਸਾਡੇ ਕੋਲੋਂ ਰਾਜ ਮੰਗੋ, ਤੁਸੀਂ ਸਾਡੇ ਕੋਲੋਂ ਕੋਈ ਪਿੰਡ ਮੰਗੋ, ਕੋਈ ਪਿੰਡਾਂ ਦੇ ਪਿੰਡ ਮੰਗੋ, ਬਹੁਤ ਸਾਰਾ ਰਾਜੇ ਦਾ ਰਜਵਾੜਾ ਮੰਗ ਲਓ, ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ। ਅਤੇ ਭਗਵਾਨ ਨੂੰ ਤਾਂ ਪਤਾ ਸੀ ਕਿ ਇਹਦੀ ਜੋ ਹੰਕਾਰ ਇਹਦੀ ਚੱਲ ਰਿਹਾ ਹੈ, ਹੰਕਾਰ ਤੋੜਨ ਵਾਸਤੇ ਕਰਨਗੇ। ਠੀਕ ਹੈ, ਫਿਰ ਅਸੀਂ ਮੰਗਦੇ ਹਾਂ, ਤੈਨੂੰ ਦੇਣਾ ਪਏਗਾ। ਕਰਨ ਲੱਗੇ ਹਾਂ ਤੁਸੀਂ ਹੁਕਮ ਕਰੋ, ਅਗਰ ਮੈਂ ਨਾ ਦਿਆਂ ਤਾਂ ਤੁਸੀਂ ਮੈਨੂੰ ਫਿਰ ਕਹਿਣਾ। ਕਹਿੰਦੇ ਉਸ ਜੋ ਬ੍ਰਾਹਮਣ ਰੂਪੀ ਭਗਵਾਨ ਸੀ, ਆਪਣਾ ਉਸਨੇ ਰੂਪ ਜਦੋਂ ਦਿਖਾਇਆ ਹੈ ਅਤੇ ਕਹਿੰਦੇ ਉਸ ਪ੍ਰਭੂ ਨੇ ਇੱਕ ਲੱਤ ਜੋ ਹੈ ਆਪਣੀ ਆਸ ਮਨਵਰ ਕੀਤੀ, ਉੱਥੇ ਪਹੁੰਚ ਕੇ ਦੂਸਰੀ ਧਰਤੀ 'ਤੇ ਰੱਖੀ ਹੈ। ਕਹਿਣ ਲੱਗੇ ਇਹ ਮੈਨੂੰ ਸਾਰਾ ਹੀ ਇਹ ਰਾਜ ਚਾਹੀਦਾ ਹੈ, ਧਰਤੀ ਤੋਂ ਆਸਮਾਨ ਤੱਕ। ਅਤੇ ਅੱਧੇ ਸਾਡਾ ਅੱਧਾ ਕਦਮ ਹੋਰ ਰਹਿ ਗਿਆ ਹੈ। ਤੁਸੀਂ ਕਿਹਾ ਸੀ ਜੋ ਕੁਛ ਮੰਗੋ ਅਸੀਂ ਤੁਹਾਨੂੰ 2.5 ਕਦਮਾਂ ਦਾ ਦਾਨ ਮੰਗਿਆ ਹੈ, ਅਜੇ ਅੱਧਾ ਕਦਮ ਹੋਰ ਰਹਿ ਗਿਆ ਹੈ, ਦੱਸੋ। ਰਾਜਾ ਬੜਾ ਹੈਰਾਨ ਹੋਇਆ ਕਿ ਇਹ ਕੀ ਹੋਇਆ ਹੈ। ਧਰਤੀ ਤੋਂ ਆਸਮਾਨ ਤੱਕ ਰਾਜ ਮੈਂ ਕਿਸ ਤਰ੍ਹਾਂ ਦੇ ਸਕਦਾ ਹਾਂ, ਮੇਰਾ ਤਾਂ ਛੋਟਾ ਜਿਹਾ ਰਾਜ ਹੈ, ਧਰਤੀ ਆਸਮਾਨ ਤੱਕ ਮੇਰਾ ਰਾਜ ਨਹੀਂ ਚੱਲਦਾ। ਬੜੇ ਹੈਰਾਨ ਹੋਏ। ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਫਿਰ ਸਾਡਾ ਜੋ ਅੱਧਾ ਕਦਮ ਹੋਰ ਰਹਿ ਗਿਆ ਹੈ ਅਸੀਂ ਉਹ ਕਿੱਥੇ ਰੱਖੀਏ। ਕਹਿਣ ਲੱਗੇ ਮਹਾਰਾਜ ਮੇਰੇ ਸਿਰ 'ਤੇ ਰੱਖ ਦਿਓ। ਸਿਰ 'ਤੇ ਰੱਖਿਆ ਅਤੇ ਪਤਾਲ ਪਹੁੰਚਾ ਦਿੱਤਾ ਹੈ। ਬੜਾ ਹੈਰਾਨ ਹੋਇਆ। ਧਰਤੀ ਦਾ ਰਾਜਾ ਇਤਨਾ ਵੱਡਾ ਹੰਕਾਰ ਕਿ ਮੇਰੇ ਕੋਲ ਸਭ ਕੁਛ ਹੈ, ਜੋ ਮੂੰਹ ਮੰਗੇ ਮੈਂ ਉਸਨੂੰ ਦੇ ਦਿੰਦਾ ਹਾਂ। ਪਰ ਉਸਨੇ ਭਗਵਾਨ ਦੀ ਪਹਿਚਾਣ ਨਹੀਂ ਕੀਤੀ, ਕਿਉਂਕਿ ਇਤਨੀ ਵੱਡੀ ਤਾਕਤ ਪਰਮਾਤਮਾ 'ਚ ਹੋ ਸਕਦੀ ਹੈ, ਪਰਮਾਤਮਾ ਦੇ ਅਵਤਾਰਾਂ 'ਚ ਹੋ ਸਕਦੀ ਹੈ, ਪਰਮਾਤਮਾ ਦੇ ਸੰਤਾਂ 'ਚ ਹੋ ਸਕਦੀ ਹੈ, ਜੋ ਸਾਰੀ ਧਰਤੀ ਨੂੰ 2.5 ਕਦਮਾਂ ਨਾਲ ਨਾਪ ਦੇਣ। ਕਹਿੰਦੇ ਫਿਰ ਵੀ ਉਸਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ। ਕਿਸ ਕਰਕੇ? ਉਹਦੇ ਹਿਰਦੇ 'ਚ ਹੰਕਾਰ ਭਰਿਆ ਹੋਇਆ ਸੀ ਕਿ ਮੈਂ ਬਹੁਤ ਵੱਡਾ ਰਾਜਾ ਹਾਂ, ਮੇਰੇ ਕੋਲ ਬਹੁਤ ਸਾਰਾ ਧਨ ਪਦਾਰਥਾਂ ਦਾ ਮੈਂ ਮਾਲਕ ਹਾਂ, ਮੈਂ ਜੋ ਚਾਹੇ ਉਹ ਖਰੀਦ ਸਕਦਾ ਹਾਂ, ਮੈਂ ਜੋ ਚਾਹੇ ਕਿਸੇ ਨੂੰ ਦੇ ਸਕਦਾ ਹਾਂ। ਜਦੋਂ ਪਤਾਲ ਵਿੱਚ ਪਹੁੰਚ ਗਿਆ ਅਤੇ ਬੜੀ ਅਰਦਾਸਾਂ ਕਰਨ ਲੱਗਿਆ ਕਿ ਹੇ ਪਰਮਾਤਮਾ, ਹੇ ਪ੍ਰਭੂ, ਮੈਂ ਤੁਹਾਡੇ ਰੂਪ ਨੂੰ ਪਹਿਚਾਣਿਆ ਨਹੀਂ, ਮੇਰੇ 'ਤੇ ਕਿਰਪਾ ਕਰਦੇ ਹੋ। ਮੈਂ ਭੁੱਲ ਗਿਆ ਸੀ ਆਪਣੀ ਮਾਇਆ ਦੇ ਹੰਕਾਰ ਵਿੱਚ, ਮਾਇਆ ਦੇ ਨਸ਼ੇ ਵਿੱਚ ਪਰਮਾਤਮਾ ਮੈਂ ਤੈਨੂੰ ਹੀ ਭੁੱਲ ਗਿਆ ਸੀ। ਅਤੇ ਸਤਿਗੁਰੂ ਕਹਿਣ ਲੱਗੇ ਭਗਵਾਨ ਦੇ ਰੂਪ ਕਿ ਅਸੀਂ ਤੈਨੂੰ ਚੇਤੇ ਕਰਨ ਵਾਸਤੇ ਆਏ ਹਾਂ ਕਿ ਮਨੁੱਖ ਤੂੰ ਕਿਤਨਾ ਵੀ ਮਰਜ਼ੀ ਸਿਆਣਾ ਹੋ ਜਾ, ਪਰ ਪਰਮਾਤਮਾ ਤੋਂ ਵੱਡਾ ਨਹੀਂ ਹੋ ਸਕਦਾ। ਪ੍ਰਭੂ ਤੋਂ ਵੱਡਾ ਕੋਈ ਨਹੀਂ ਹੋ ਸਕਦਾ, ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਆਪ ਜੀਆਂ 'ਚ ਬੈਠ ਕੇ
ਆਪਣੇ ਚੋਜ ਆਪ ਦੇਖ ਰਿਹਾ ਹੈ ਕਿ ਮਨੁੱਖ ਨੂੰ ਦੇਹੀ ਦੇ ਕੇ, ਸਾਜ ਕੇ, ਨਿਵਾਜ ਕੇ, ਭੇਜ ਕੇ ਫਿਰ ਮਨੁੱਖ ਦੇ ਕਰਮਾਂ ਨੂੰ, ਮਨੁੱਖ ਦੀ ਭਾਵਨਾ ਨੂੰ ਪਰਮਾਤਮਾ ਦੇਖ ਰਿਹਾ ਹੈ ਕਿ ਮਨੁੱਖ ਭਲਾ ਹੈ, ਬੁਰਾ ਹੈ, ਚੰਗਾ ਹੈ, ਮੰਦਾ ਹੈ, ਅਹੰਕਾਰੀ ਹੈ, ਲੋਭੀ ਹੈ, ਕਾਮੀ ਹੈ, ਕ੍ਰੋਧੀ ਹੈ, ਮੋਹੀ ਹੈ, ਈਰਸ਼ਾਲੂ ਹੈ। ਸਾਰਾ ਕੁਛ ਉਹ ਪਰਮਾਤਮਾ ਸਾਡੇ ਜੀਵਨ ਦੇ ਸਾਰੇ ਸਾਡੇ ਹਿਰਦੇ ਫੁਰਨੇ ਨੇ, ਜੋ ਸਾਡੇ ਵਿਚਾਰ ਨੇ, ਉਹ ਪਰਮਾਤਮਾ ਉਸ ਨੂੰ ਪੜ੍ਹ ਰਿਹਾ ਹੈ। ਕਹਿਣ ਲੱਗੇ, ਭਾਈ ਅਸੀਂ ਤੇਰੇ ਇਸ ਹੰਕਾਰ ਨੂੰ ਦੂਰ ਕਰਨ ਵਾਸਤੇ ਆਏ ਸੀ। ਕਹਿਣ ਲੱਗੇ, ਮਹਾਰਾਜ ਮੇਰਾ ਹੰਕਾਰ ਦੂਰ ਹੋ ਗਿਆ ਹੈ, ਹੁਣ ਮੈਨੂੰ ਕਿਰਪਾ ਕਰਕੇ, ਮੈਂ ਰਾਜਾ ਸੀ ਅਤੇ ਮੈਂ ਹਮੇਸ਼ਾ ਰਾਜ ਕੀਤਾ ਹੈ, ਸਤਿਗੁਰੂ ਮੇਰੇ 'ਤੇ ਕਿਰਪਾ ਕਰ ਦਿਓ ਪ੍ਰਭੂ। ਮੈਂ ਹੁਣ ਕੀ ਕਰਾਂ? ਨਾ ਤਾਂ ਮੈਂ ਧਰਤੀ ਤੋਂ ਬਾਹਰ ਜਾ ਸਕਦਾ ਹਾਂ, ਨਾ ਅਸਮਾਨ ਜਾ ਸਕਦਾ, ਤੁਸੀਂ ਮੈਨੂੰ ਪਤਾਲ ਵਿੱਚ ਪਹੁੰਚਾ ਦਿੱਤਾ ਹੈ। ਅਤੇ ਪਰਮਾਤਮਾ ਕਰਨ ਲੱਗੇ, ਭਾਈ ਤੂੰ ਪਤਾਲ ਵਿੱਚ ਵੀ ਰਾਜ ਕਰੇਗਾ, ਪਰ ਸ਼ਰਤ ਇੱਕ ਹੈ ਕਿ ਅਹੰਕਾਰ ਨਹੀਂ ਹੋਣਾ ਚਾਹੀਦਾ ਮਨ ਵਿੱਚ। ਜਿੱਥੇ ਅਹੰਕਾਰ ਹੈ ਉੱਥੇ ਸਭ ਕੁਝ ਖਤਮ ਹੋ ਜਾਂਦਾ ਹੈ। ਸਤਿਗੁਰੂ ਸਾਨੂੰ ਇਹ ਸਮਝਾਉਂਦੇ ਨੇ ਕਿ ਹੇ ਜੀਵ, ਜਿਸ ਤਰ੍ਹਾਂ ਹਾਥੀ ਕਦੇ ਅਹੰਕਾਰ ਨਹੀਂ ਕਰਦਾ ਕਿ ਮੇਰੇ ਕੋਲ ਬਹੁਤ ਸਾਰਾ ਬਲ ਹੈ, ਮੈਂ ਸਭ ਤੋਂ ਵੱਡਾ ਤਾਕਤਵਰ ਜਾਨਵਰ ਹਾਂ, ਪਸ਼ੂ ਹਾਂ, ਪਰ ਉਹ ਕਦੇ ਵੀ ਇਹ ਨਹੀਂ ਕਹਿੰਦਾ ਕਿ ਮੈਂ ਆਪਣੇ ਮਾਲਕ ਦੇ ਹੁਕਮ ਨਹੀਂ ਮੰਨਣਾ। ਸਿਰ 'ਤੇ ਚੋਟਾਂ ਸਹਿ ਕੇ ਜਦੋਂ ਹਾਥੀ ਦੇ ਸਿਰ 'ਤੇ ਅੰਕੁਸ਼ ਮਾਰਿਆ ਜਾਂਦਾ ਹੈ, ਕੁੰਡਾ ਮਾਰਿਆ ਜਾਂਦਾ ਹੈ, ਅੱਗੋਂ ਤਿੱਖਾ ਹੁੰਦਾ ਹੈ, ਜਦੋਂ ਸਿਰ 'ਤੇ ਵੱਜਦਾ ਹੈ ਅਤੇ ਹਾਥੀ ਨੂੰ ਚੋਟ ਵੱਜਦੀ ਹੈ, ਉਸ ਨੂੰ ਦਰਦ ਹੁੰਦਾ ਹੈ, ਪਰ ਉਹ ਦਰਦ ਨੂੰ ਸਹਿਣ ਕਰਕੇ ਵੀ ਆਪਣੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ। ਇਸੇ ਤਰ੍ਹਾਂ ਲੋਹਾਰ ਕੋਲ ਐਰਣ ਹੁੰਦੀ ਹੈ, ਉਹਦੇ 'ਤੇ ਜੋ ਲੋਹਾਰ ਹੈ ਉਹ ਕਈ ਵਾਰ ਦਿਨ ਵਿੱਚ ਚੋਟਾਂ ਮਾਰਦਾ ਹੈ, ਪਰ ਉਹ ਆਪਣੇ ਮਾਲਕ ਦੇ ਹੁਕਮ ਨੂੰ ਹਮੇਸ਼ਾ ਮੰਨਦੀ ਹੈ, ਕਦੇ ਦੁੱਖ ਨਹੀਂ ਮਨਾਉਂਦੀ। ਸਤਿਗੁਰੂ ਜੀ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਨੇ ਕਿ ਹੇ ਜੀਵ, ਜਿਸ ਤਰ੍ਹਾਂ ਹਾਥੀ ਆਪਣੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ, ਜੋ ਐਰਣ ਹੈ ਲੋਹੇ ਦੀ, ਉਹ ਲੋਹਾਰ ਆਪਣੇ ਮਾਲਕ ਦੇ ਹੁਕਮ ਨੂੰ ਮੰਨਦੀ ਹੈ। ਹੇ ਜੀਵ, ਤੂੰ ਵੀ ਆਪਣੇ ਪਰਮਾਤਮਾ ਦੇ ਹੁਕਮ ਨੂੰ ਇਸੇ ਤਰ੍ਹਾਂ ਮੰਨ। ਜੇ ਦੁੱਖ ਆਇਆ ਹੈ, ਸੁੱਖ ਆਇਆ ਹੈ, ਤਾਂ ਹਮੇਸ਼ਾ ਪਰਮਾਤਮਾ ਨੂੰ ਚੇਤੇ ਰੱਖ, ਤੇਰਾ ਜੀਵਨ ਸਫਲ ਹੋ ਜਾਏਗਾ। ਕਹਿੰਦੇ ਨੇ ਉਸ ਰਾਜੇ ਦਾ ਹੰਕਾਰ ਟੁੱਟ ਗਿਆ, ਜੋ ਬਹੁਤ ਵੱਡੇ ਹੰਕਾਰ 'ਚ ਬੈਠਾ ਭਰਿਆ ਸੀ ਕਿ ਮੇਰੇ ਤੋਂ ਵੱਡਾ ਕੋਈ ਦਾਨੀ ਨਹੀਂ। ਇਸ ਦਾਨ ਦਾ ਹੰਕਾਰ ਉਸ ਰਾਜੇ ਦਾ ਸੋ ਪਰਮਾਤਮਾ ਨੇ, ਪ੍ਰਭੂ ਨੇ 52 ਰੂਪ ਧਾਰਨ ਕਰਕੇ ਇਸ ਹੰਕਾਰ ਨੂੰ ਤੋੜ ਦਿੱਤਾ। ਯਤਨ ਕਰਨਾ ਹੈ ਆਪਾਂ ਨੇ ਕਿ ਸਾਡੇ ਹਿਰਦੇ ਵਿੱਚ ਵੀ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੰਸਾਰ ਦੇ ਜੀਵਾਂ ਦੀ ਭਲਾਈ ਕਰਦੇ ਹਾਂ। ਇਹ ਹੰਕਾਰ ਨਾ ਕਿ ਅਸੀਂ ਕੋਈ ਦਾਨੀ ਹਾਂ, ਅਸੀਂ ਕਿਸੇ ਨੂੰ ਦਾਨ ਦੇਣ ਵਾਲੇ ਹਾਂ। ਦਾਨ ਕਰਕੇ ਹਮੇਸ਼ਾ ਭੁੱਲ ਜਾਣਾ ਹੈ ਜੇ ਅਸੀਂ ਕੁਝ ਦਾਨ ਵੀ ਕੀਤਾ ਹੈ, ਉਹ ਦਾਨ ਸਦਾ ਪਰਮਾਤਮਾ ਤੱਕ ਪਹੁੰਚੇਗਾ। ਜੇ ਅਸੀਂ ਦਾਨ ਕਰਕੇ ਲੋਕਾਂ ਨੂੰ ਸੁਣਾਵਾਂਗੇ ਕਿ ਫਿਰ ਪਰਮਾਤਮਾ ਦੇ ਘਰ ਵਿੱਚ ਸਾਡਾ ਦਾਨ ਪ੍ਰਵਾਨ ਨਹੀਂ, ਕਿਉਂਕਿ ਉਹ ਪਰਮਾਤਮਾ 'ਤੇ ਸਭ ਕੁਝ ਜਾਣਦਾ ਹੈ। ਉਸ ਨੂੰ ਦੱਸਣ ਦੀ ਕੀ ਲੋੜ ਹੈ? ਉਹ ਤਾਂ ਹਮੇਸ਼ਾ ਸਾਡੇ ਹਿਰਦੇ 'ਚ ਬੈਠਾ ਹੋਇਆ ਹੈ। ਸਾਡੇ ਹਿਰਦੇ ਦੇ ਸਭ ਕੁਛ ਉਹ ਦਾਤਾ ਸਾਡੀ ਭਾਵਨਾ ਨੂੰ ਜਾਣਨ ਵਾਲਾ ਹੈ, ਸਾਡੇ ਵਿਚਾਰਾਂ ਨੂੰ ਜਾਣਨ ਵਾਲਾ ਹੈ। ਉਸ ਤੋਂ ਕੁਝ ਛੁਪਿਆ ਹੋਇਆ ਨਹੀਂ ਹੈ। ਆਪਾਂ ਨੇ ਤਾਂ ਕੇਵਲ ਦਾਨ, ਸੇਵਾ, ਸਿਮਰਨ ਕਰਨਾ ਹੈ ਅਤੇ ਕਹਿਣਾ ਕਿ ਹੇ ਪਰਮਾਤਮਾ, ਜੋ ਕੁਝ ਅਸੀਂ ਕੀਤਾ ਹੈ ਇਹ ਤੇਰੀ ਕਿਰਪਾ ਕਰਕੇ, ਤੇਰੀ ਰਹਿਮਤ ਕਰਕੇ ਇਹ ਹੋਇਆ ਹੈ। ਸਤਿਗੁਰੂ, ਸਾਡੀ ਕੋਈ ਸਮਰੱਥਾ ਤਾਕਤ ਨਹੀਂ ਕਿ ਅਸੀਂ ਕੋਈ ਸਿਮਰਨ ਕਰ ਸਕੀਏ, ਸੇਵਾ ਕਰ ਸਕੀਏ, ਦਾਨ ਕਰ ਸਕੀਏ। ਇਹ ਤੇਰੀ ਰਹਿਮਤ ਹੈ। ਸਤਿਗੁਰੂ ਜੀ ਦਾ ਫਰਮਾਨ ਹੈ ਕਿ ਸਤਿਗੁਰੂ ਜੀ ਪ੍ਰੇਰਨਾ ਕਰਦੇ ਨੇ, ਨਾਨਕ ਗੁਰਮੁਖ ਬੂਝੀਏ ਜਾਂ ਆਪ 'ਤੇ ਨਜ਼ਰ ਕਰੇ। ਇਹ ਦਾਤ ਕਿਸ ਨੂੰ ਮਿਲੇਗੀ? ਜੋ ਗੁਰਮੁਖ ਬਣੇਗਾ ਅਤੇ ਸਤਿਗੁਰੂ ਜੀ ਦੀ ਸ਼ਰਨ 'ਚ ਆਏਗਾ। ਜੋ ਸ਼ਰਨ 'ਚ ਰਹੇਗਾ ਉਸ 'ਤੇ ਸਤਿਗੁਰੂ ਕਿਰਪਾ ਕਰਨਗੇ ਅਤੇ ਉਹ ਹਮੇਸ਼ਾ ਹੰਕਾਰ ਤੋਂ ਦੂਰ ਰਹੇਗਾ ਅਤੇ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਜੀਵ ਜੁੜ ਕੇ ਰਹੇਗਾ। ਸਤਿਗੁਰੂ ਜੀ ਦੀ ਕਿਰਪਾ ਇਹ ਵੱਡੇ ਭਾਗਾਂ ਵਾਲੇ ਜੀਵਾਂ 'ਤੇ ਹੁੰਦੀ ਹੈ। ਯਤਨ ਕਰਨਾ ਹੈ ਕਿ ਆਪਾਂ ਨੇ ਉਹਦੇ ਚਰਨ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਹੇ ਪਰਮਾਤਮਾ, ਸਾਡਾ ਜੀਵਨ ਗੁਰਮੁਖ ਵਾਲਾ ਬਣ ਜਾਏ। ਇੱਕ ਦਿਨ ਸਤਿਗੁਰੂ ਸਾਡੇ 'ਤੇ ਵੀ ਕਿਰਪਾ ਕਰ ਦੇਣਗੇ, ਰਹਿਮਤ ਕਰ ਦੇਣਗੇ। ਆਪ ਜੀ ਵੱਡੇ ਭਾਗਾਂ ਵਾਲੇ ਹੋ, ਆਪਣਾ ਕੀਮਤੀ ਸਮਾਂ ਕੱਢ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਆ ਕੇ ਜੁੜੇ। ਵਾਹਿਗੁਰੂ ਜੀ ਆਪ 'ਤੇ ਕਿਰਪਾ ਕਰਨ ਅਤੇ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੇ ਨਾਲ ਆਪ ਜੀ ਦੀ ਪ੍ਰੀਤ ਬਣੀ ਰਹੇ। ਦਾਸ ਗੁਰੂ ਦੀ ਬਾਣੀ
ਬਹੁਤ ਵਡਿਆਈਆਂ ਕਰਦੇ ਆ। ਅਨੇਕਾਂ ਭੁੱਲਾਂ ਹੋਈਆਂ ਨੇ ਗੁਰੂ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ, ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।